ਸਭ ਨੂੰ ਜੈ ਮਸੀਹ ਦੀ, ਸਾਰੇ ਸੁਣਨ ਵਾਲਿਆਂ ਨੂੰ ਅਸੀਂ ਜੈ ਕਹਿੰਦੇ ਮਸੀਹ ਦੀ, ਜੈ ਮਸੀਹ ਦੀ। ਜੈ ਮਸੀਹ ਦੀ। ਅੱਜ ਆਪਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ। ਹਾਲੇਲੂਇਆ। ਸਾਨੂੰ ਅੱਜ ਮੌਕਾ ਮਿਲਿਆ, ਉਹੀ ਮੌਕੇ ਦਿੰਦਾ ਹੈ, ਉਹਦੀ ਦਇਆ ਹੈ, ਕਿਰਪਾ ਹੈ। ਹਾਂਜੀ, ਉਹਦੇ ਬੱਚਿਆਂ 'ਚੋਂ ਸਾਨੂੰ ਸਿੱਖਣ ਨੂੰ ਮੌਕਾ ਮਿਲਦਾ ਹੈ। ਹਾਲੇਲੂਇਆ। ਔਰ ਰਿਕਾਰਡਿੰਗ ਕਰਕੇ ਅੱਗੇ ਜਿਸ ਤਰ੍ਹਾਂ ਵੀ ਪਰਮੇਸ਼ਰ ਚਾਹੇ ਇਸਤੇਮਾਲ ਹੋ ਸਕੇ। ਹਾਂਜੀ, ਤੇ ਅੱਜ ਸ਼ੁਰੂਆਤ ਕਰਦੇ ਹਾਂ ਜੀ। ਆਪਾਂ ਭਜਨ ਜ਼ਬੂਰ 97, 97 ਤੇ 9 ਤੋਂ 12 ਉਹਦੀਆਂ ਤਿੰਨ ਪੜ੍ਹਦੇ ਹੈਗੇ ਆ। ਹਾਂਜੀ ਹਾਂਜੀ, ਜ਼ਬੂਰ, ਭਜਨ, ਸਾਮਸ 97, 97 ਦੀਆਂ 9 ਤੋਂ 12। ਹਾਂਜੀ, ਉਹਦੇ ਵਿੱਚ ਲਿਖਿਆ ਹੈ, ਹੇ ਪ੍ਰਭੂ ਤੂੰ ਸਭ ਧਰਤੀ ਦੇ ਸਭ ਤੋਂ ਉੱਚਾ ਹੈ। ਕਿਆ ਬਾਤ ਹੈ। ਤੂੰ ਸਭ ਦੇਵਤਿਆਂ ਤੋਂ ਉੱਤੇ ਹੈ। ਹੇ ਪ੍ਰਭੂ ਤੂੰ ਪਿਆਰ ਕਰਨ ਵਾਲਿਓ ਬੁਰਾਈ ਤੋਂ ਘਿਰਨਾ ਕਰੋ। ਲਿਖਿਆ ਹੈ, ਮੈਂ ਦੁਬਾਰਾ ਪੜ੍ਹਦਾ ਜੀ। ਹੇ ਪ੍ਰਭੂ ਨੂੰ ਪਿਆਰ ਕਰਨ ਵਾਲਿਓ ਬੁਰਾਈ ਤੋਂ ਘਿਰਨਾ ਕਰੋ। ਨਫ਼ਰਤ ਨਫ਼ਰਤ ਕਰੋ। ਪ੍ਰਭੂ ਆਪਣੇ ਭਗਤਾਂ ਦੇ ਪ੍ਰਾਣਾਂ ਦੀ ਸੰਭਾਲ ਕਰਦਾ ਹੈ। ਕਿਆ ਬਾਤ ਹੈ। ਹਾਂਜੀ, ਉਹ ਉਹਨਾਂ ਨੂੰ ਦੁਸ਼ਟ ਦੇ ਹੱਥੋਂ ਬਚਾਉਂਦਾ ਹੈ। ਹਾਂਜੀ, ਬਿਲਕੁਲ। ਭਲੇ ਮਨੁੱਖ ਦੇ ਚਾਨਣ ਚਮਕਦਾ ਹੈ। ਭਲੇ ਮਨੁੱਖ ਤੇ ਚਾਨਣ ਚਮਕਦਾ ਹੈ। ਬਿਲਕੁਲ ਠੀਕ। ਅਤੇ ਸਾਫ਼ ਦਿਲ ਵਾਲੇ ਨੂੰ ਆਨੰਦ ਮਿਲਦਾ ਹੈ। ਸਾਫ਼ ਦਿਲ ਵਾਲੇ ਨੂੰ ਆਨੰਦ ਮਿਲਦਾ ਹੈ। ਹਾਂਜੀ, ਫਿਰ ਲਿਖਿਆ ਹੈ ਕਿ 12ਵੀਂ ਆਇਤ ਦੇ ਵਿੱਚ, ਹੇ ਭਲੇ ਲੋਕੋ ਪ੍ਰਭੂ ਤੋਂ ਖੁਸ਼ ਹੋਵੋ ਅਤੇ ਉਸ ਦੇ ਪਵਿੱਤਰ ਨਾਂ ਦੇ ਲਈ ਉਸ ਦਾ ਧੰਨਵਾਦ ਕਰੋ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ, ਜੋ ਸਾਡੇ ਲਈ ਰੋਸ਼ਨੀ ਹੈ, ਜੀਵਨ ਹੈ, ਰੂਹ ਹੈ, ਜ਼ਿੰਦਗੀ ਹੈ। ਪਰਮੇਸ਼ਰ ਪਿਤਾ, ਔਰ ਜੋ ਦੋ ਧਾਰੀ ਤਲਵਾਰ ਹੈ, ਅਸੀਂ ਆਪ ਦੇ ਵਚਨ ਦੇ ਵਿੱਚੋਂ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ। ਪਰਮੇਸ਼ਰ ਪਿਤਾ, ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਪਵਿੱਤਰ ਆਤਮਾ ਜੀ, ਸਾਨੂੰ ਗਾਈਡ ਕਰੋ, ਲੀਡ ਕਰੋ, ਔਰ ਇਹ ਸਾਰੀ ਬਾਈਬਲ ਸਟੱਡੀ ਦਾ ਕੰਟਰੋਲ ਆਪ ਨੂੰ ਦਿੰਦੇ ਹਾਂ। ਔਰ ਜੋ ਕੁਛ ਵੀ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ। ਪਵਿੱਤਰ ਆਤਮਾ ਜੀ ਆਪ ਵੱਲੋਂ ਹੋਵੇ, ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਦੇ ਨਾਮ ਦੇ ਵਿੱਚ। ਆਮੀਨ। ਜੈ ਮਸੀਹ ਦੀ ਜੀ ਸਰ। ਹਾਂਜੀ, ਆਪਾਂ ਜੀ ਪੜ੍ਹ ਰਹੇ ਹੈਗੇ ਆ ਜੀ ਪ੍ਰਕਾਸ਼ ਦੀ ਪੋਥੀ, ਬੁੱਕ ਆਫ ਰੈਵਲੇਸ਼ਨ। ਹਾਂਜੀ, ਮੁਕਾਸ਼ਵਾਦ ਜੀ। ਤੇ ਉਹਦੀਆਂ ਆਪਾਂ 19ਵੇਂ ਚੈਪਟਰ ਦੇ ਵਿੱਚ ਆਪਾਂ ਪਹੁੰਚੇ ਹਾਂ ਜੀ। ਹਾਂਜੀ, ਪਰਮੇਸ਼ਰ ਦਾ ਸ਼ੁਕਰ ਹੈ, ਪਿਛਲੇ ਕੁਝ ਸਮਿਆਂ ਤੋਂ ਆਪਾਂ ਕਰ ਰਹੇ ਹਾਂ, ਲੱਗੇ ਹਾਂ ਹੌਲੀ ਹੌਲੀ। ਹਾਂਜੀ ਜੀ। ਤੇ ਅੱਜ ਆਪਾਂ ਪੜ੍ਹਨਾ ਹੈ ਜੀ 19 ਦਾ 12ਵਾਂ ਪੜ੍ਹਨਾ ਜੀ। 12 ਜੀ, ਓਕੇ ਜੀ। 19 ਦਾ 12 ਉਹਦੇ ਵਿੱਚ ਮੈਂ ਪੜ੍ਹਦਾ ਹਾਂ ਜੀ ਪਹਿਲਾਂ ਜੀ ਪੰਜਾਬੀ ਦੇ ਵਿੱਚ ਜੀ। ਉਹਦੇ 'ਚ ਲਿਖਿਆ ਹੈ, ਉਸ ਦੀਆਂ ਅੱਖਾਂ ਦੀ ਚਮਕ ਅੱਗ ਦੀਆਂ ਤੇਜ਼ ਲਾਟਾਂ ਵਰਗੀ ਸੀ ਅਤੇ ਉਸ ਦੇ ਸਿਰ 'ਤੇ ਬਹੁਤ ਸਾਰੇ ਤਾਜ ਸਨ। ਉਸ ਉੱਤੇ ਇੱਕ ਨਾਂ ਵੀ ਲਿਖਿਆ ਹੋਇਆ ਸੀ, ਜਿਸ ਨੂੰ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ ਸੀ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਬਰਕਤ ਹੋਵੇ। ਹਾਲੇਲੂਇਆ। ਉਹਦੀਆਂ ਅੱਖਾਂ ਅੱਗ ਦੀਆਂ ਲਾਟਾਂ ਨੇ। ਹੁਣ ਇਹ ਜਿਹੜੀ ਤਸਵੀਰ ਹੈ, ਪਿਕਚਰ ਜਿਹੜੀ ਹੈ ਨਾ, ਅਸੀਂ ਰੈਵਲੇਸ਼ਨ ਜਾਂ ਪ੍ਰਕਾਸ਼ ਦੀ ਪੋਥੀ, ਯੋਨਾ ਦਾ ਮੁਕਾਸ਼ਵਾ, ਉਹਦੀ ਪਹਿਲੇ ਦੀ 14 'ਚ ਤੇ 2 ਦੀ 18 ਦੇ ਵਿੱਚ ਵੇਖਦੇ ਹਾਂ। ਤੇ ਫਿਰ ਮਲਾਕਾਈ ਯਾਨੀ ਮਲਾਕੀ 3 ਦੀ 2 'ਚ ਵੀ। ਸੋ ਮਲਾਕੀ 3 ਦੀ 2 ਅਗਰ ਤੁਸੀਂ ਪੜ੍ਹ ਦਿਓ, ਠੀਕ ਹੈ। ਤੇ ਬਾਕੀ ਤੇ ਸਾਨੂੰ ਪਤਾ ਹੀ ਨਹੀਂ। 1 ਦੀ 14 ਜਿੱਥੇ ਪ੍ਰਭੂ ਯਿਸੂ ਮਸੀਹ ਦੀ ਡਿਸਕ੍ਰਿਪਸ਼ਨ ਹੈ, ਯਾਨੀ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਸਵਰਗੀ ਰੂਪ ਜਿਹੜਾ ਹੈ ਉਹ ਯੋਹੰਨਾ ਨੂੰ ਦਿਖਾਇਆ। ਠੀਕ ਹੈ, ਇਹ ਪੜ੍ਹ ਦਿਓ ਮਲਾਕੀ 'ਚ ਵੀ। ਹਾਂਜੀ, ਮਲਾਕੀ 3 ਦੀ 2 ਦੇ ਵਿੱਚ ਲਿਖਿਆ ਹੈ ਜੀ, ਪਰ ਉਸਨੇ ਉਸ ਦੇ ਆਉਣ ਵਾਲੇ ਦਿਨ ਨੂੰ ਕੌਣ ਸਹਾਰ ਸਕੇਗਾ ਅਤੇ ਉਸ ਦੇ ਸਾਹਮਣੇ ਖੜਾ ਹੋ ਕੇ ਕੌਣ ਬਚੇਗਾ। ਪ੍ਰਭੂ ਯਿਸੂ ਲਈ। ਹਾਂਜੀ, ਉਹ ਸੁਨਿਆਰ ਦੀ ਅੱਗ ਅਤੇ ਚੰਗੇ ਸਫਾਈ ਕਰਨ ਵਾਲੇ ਸਾਬਣ ਵਾਂਗ ਹੋਵੇਗਾ। ਹਾਂਜੀ, ਦੇਖੋ ਜੀ, ਪਿਓਰ। ਹਾਂਜੀ, ਪਵਿੱਤਰ। ਹਾਂਜੀ, ਉਹ ਸੁਨਿਆਰੇ ਦੀ ਅੱਗ ਵਾਂਗ। ਹਾਂਜੀ,
ਠੀਕ ਹੈ। ਹਾਂ ਅੱਛਾ, ਇਹ ਅੱਖਾਂ ਜਿਹੜੀਆਂ ਨੇ ਆਪਾਂ ਪਹਿਲੇ ਵੀ ਸਟੱਡੀ ਕਰ ਚੁੱਕੇ ਹਾਂ, ਇਹ ਵਿਜ਼ਡਮ ਨੂੰ ਸ਼ੋ ਕਰਦੀਆਂ ਨੇ, ਯਾਨੀ ਬੁੱਧੀ, ਹਿਕਮਤ ਨੂੰ। ਤੇ ਉਹ ਜਿਹੜਾ ਅੱਗ ਦੇ ਲਾਟਾਂ ਵਰਗੀਆਂ ਉਹਦੀਆਂ ਅੱਖੀਆਂ ਜਿਹੜੀਆਂ ਨੇ, ਇਹ ਇੰਜ ਨੇ ਕਿ ਇਹ ਇਨਸਾਨ ਦੇ ਪਾਰ ਹੋ ਜਾਂਦੀਆਂ ਨੇ, ਯਾਨੀ ਇਹਨਾਂ ਅੱਖਾਂ ਕੋਲੋਂ ਕੋਈ ਨਹੀਂ ਬਚ ਸਕਦਾ। ਯਾਨੀ ਇੰਨੀਆਂ ਪਵਿੱਤਰ ਤੇ ਇੰਨੀ ਰੋਬਦਾਰ ਕਿ ਹਰ ਚੀਜ਼ ਸਾਹਮਣੇ ਆ ਜਾਂਦੀ ਹੈ। ਸੋ ਇਹ ਅੱਗ ਜਿਹੜੀ ਹੈ, ਇਹਨੂੰ ਹੋਲੀਨੈਸ ਨੂੰ, ਨਿਆਂ ਨੂੰ ਤੇ ਡਿਵਾਈਨ ਵਿਜ਼ਡਮ, ਯਾਨੀ ਸਵਰਗੀ ਕੀ ਕਹਿ ਲਓ ਬੁੱਧੀ ਨੂੰ, ਵਿਜ਼ਡਮ ਨੂੰ, ਤੇ ਪਵਿੱਤਰਤਾ ਤੇ ਨਿਆਂ ਨੂੰ ਜ਼ਾਹਿਰ ਕਰਦੀ ਹੈ। ਹੁਣ ਲਿਖਿਆ ਹੈ ਕਿ ਉਹਦੇ ਸਿਰ ਤੇ ਬਹੁਤ ਸਾਰੇ ਤਾਜ ਨੇ, ਯਾਨੀ ਅਣਗਿਣਤ ਨੇ, ਗਿਣੇ ਨਹੀਂ ਜਾ ਸਕਦੇ। ਇਹ ਜਿਹੜਾ ਤਾਜ ਹੈ, ਜਿਹਨੂੰ ਕੀ ਕਹਿ ਲਓ ਮੁਕਟ, ਇਹ ਬਾਦਸ਼ਾਹੀ ਨੂੰ ਜ਼ਾਹਿਰ ਕਰਦਾ ਹੈ ਕਿ ਇਹ ਬਾਦਸ਼ਾਹ, ਬਲਕਿ ਬਾਦਸ਼ਾਹਾਂ ਦਾ ਬਾਦਸ਼ਾਹ, ਕਿੰਗ ਆਫ ਕਿੰਗਸ ਹੈ। ਬਹੁਤ ਸਾਰੇ ਤਾਜ ਨੇ। ਤੇ ਦੂਜਾ ਅਥਾਰਟੀ ਨੂੰ, ਇਹਦੇ ਕੋਲ ਬਹੁਤ ਅਥਾਰਟੀ ਹੈ। ਹੁਣ ਯਿਸੂ ਤੇ ਇਹ ਧਿਆਨ ਕਰੀਏ ਕਿ ਜਦੋਂ ਪਹਿਲੇ ਉਹ ਆਇਆ ਸੀ, ਉਹ ਬੜਾ ਅਧੀਨ ਹੋ ਕੇ ਆਇਆ ਸੀ। ਉਹ ਸਾਡੇ ਤੇ ਦੁਨੀਆ ਦੇ ਪਾਪਾਂ ਨੂੰ ਜਦੋਂ ਉਹਨੇ ਚੁੱਕਣਾ ਸੀ, ਯਸਾਇਆ 53 'ਚ ਬੜਾ ਇਹਦੀ ਪਿਕਚਰ ਹੈਗੀ ਹੈ ਕਿ ਉਦੋਂ ਉਹਦੇ ਸਿਰ ਤੇ ਕੰਡਿਆਂ ਦਾ ਤਾਜ ਸੀਗਾ ਜੀ, ਪਰ ਹੁਣ ਉਹਦੇ ਸਿਰ ਉੱਤੇ ਮਹਿਮਾ ਦਾ ਹੈ ਜੀ, ਤੇ ਆਨਰ, ਇੱਜ਼ਤ ਮਾਣ ਦਾ ਤਾਜ ਹੈਗਾ। ਔਰ ਇਹ ਐਵੇਂ ਨਹੀਂ ਉਹਨੂੰ ਮਿਲਿਆ। ਜੋ ਕੰਮ ਉਹਨੇ ਧਰਤੀ ਤੇ ਮਨੁੱਖ ਦੇ ਪੁੱਤਰ ਦੇ ਤੌਰ ਤੇ, ਸਨ ਆਫ ਮੈਨ ਦੇ ਤੌਰ ਤੇ ਕੀਤੇ ਨੇ, ਪਿਤਾ ਨੇ ਫਿਰ ਉਹਨੂੰ ਦਿੱਤਾ। ਇਹ ਤਾਂ ਉਹਨੂੰ ਮਿਲਿਆ, ਐਵੇਂ ਨਹੀਂ ਮਿਲ ਗਿਆ। ਉਹਨੇ ਕੁਛ ਕੀਤਾ ਔਰ ਬੜੀ ਵੱਡੀ ਕੁਰਬਾਨੀ ਦਿੱਤੀ ਹੈ। ਅਬਰਾਨੀਆਂ 2 ਦੀ 7 ਤੇ 9 ਸਰ ਪੜ੍ਹ ਦਿਓ, ਹੈ ਨੀ, ਕਿ ਇਹ ਕਿਸ ਤਰੀਕੇ ਨਾਲ ਜਿਹੜਾ ਹੈ ਪਿਤਾ ਦੀ ਤਰਫੋਂ ਦਿੱਤਾ ਗਿਆ। ਅਬਰਾਨੀਆਂ 2 ਦੀ 7 ਤੋਂ 9। 7 ਤੋਂ 9, ਹਾਂਜੀ। ਇਬਰਾਨੀਆਂ ਹੀਬਰੂ ਕਹਿੰਦੇ ਨੇ, 2 ਦੀ 7 ਤੋਂ 9 ਵਿੱਚ ਇਹ ਲਿਖਿਆ ਹੈ, ਤੂੰ ਉਸ ਨੂੰ ਸਵਰਗਦੂਤ ਤੋਂ ਕੁਝ ਹੀ ਘੱਟ ਬਣਾਇਆ ਹੈ, ਤੂੰ ਉਸ ਦੇ ਸਿਰ ਤੇ ਮਹਿਮਾ ਅਤੇ ਮਾਣ ਦਾ ਤਾਜ ਰੱਖਿਆ ਹੈ, ਤੂੰ ਉਸ ਦੇ ਅਧਿਕਾਰ ਵਿੱਚ ਸਭ ਚੀਜ਼ਾਂ ਕਰ ਦਿੱਤੀਆਂ ਹਨ। ਉਸ ਦੇ ਅਧਿਕਾਰ ਵਿੱਚ ਸਭ ਚੀਜ਼ਾਂ ਕਰ ਦਿੱਤੀਆਂ ਹਨ ਦਾ ਅਰਥਾਤ ਹੋਇਆ ਕਿ ਕੋਈ ਵੀ ਚੀਜ਼ ਉਸ ਦੇ ਅਧਿਕਾਰ ਤੋਂ ਬਾਹਰ ਨਾ ਰਹੀ। ਪਰ ਹੁਣ ਦੀ ਹਾਲਤ ਅਨੁਸਾਰ ਸਾਨੂੰ ਸਭ ਚੀਜ਼ਾਂ ਉਸ ਦੇ ਅਧਿਕਾਰ ਵਿੱਚ ਨਹੀਂ ਦਿਖਾਈ ਦਿੰਦੀਆਂ ਹਨ। ਜੋ ਕੁਝ ਅਸੀਂ ਦੇਖ ਰਹੇ ਹਾਂ ਉਹ ਕੇਵਲ ਯਿਸੂ ਹੈ। ਜੋ ਕੁਝ ਅਸੀਂ ਦੇਖ ਰਹੇ ਹਾਂ ਉਹ ਕੇਵਲ ਯਿਸੂ ਹੈ, ਜੋ ਸਵਰਗਦੂਤਾਂ ਤੋਂ ਕੁਝ ਘੱਟ ਬਣਾਇਆ ਗਿਆ, ਪਰ ਹੁਣ ਉਸ ਦੇ ਸਿਰ ਤੇ ਮਹਿਮਾ ਅਤੇ ਮਾਣ ਦਾ ਤਾਜ ਰੱਖਿਆ ਗਿਆ ਹੈ, ਕਿਉਂਕਿ ਉਸ ਨੇ ਮੌਤ ਸਹੀ ਹੈ। ਪਰਮੇਸ਼ਰ ਨੇ ਆਪਣੀ ਕਿਰਪਾ ਦੇ ਨਾਲ ਇਹ ਸਭ ਕੁਝ ਕੀਤਾ ਕਿ ਯਿਸੂ ਸਭ ਦੀ ਖਾਤਰ ਮੌਤ ਦਾ ਸਵਾਦ ਚੱਖੇ। ਠੀਕ ਹੈ ਜੀ। ਸੋ ਇਹ ਜਿਹੜਾ ਹੈ ਨਾ, ਅਗਰ ਅਸੀਂ ਪ੍ਰਭੂ ਯਿਸੂ ਦੀ ਉਸ ਖਿਦਮਤ ਨੂੰ ਦੇਖੀਏ, ਜਾਂ ਕੀ ਉਹਨੂੰ ਕਹਿ ਲਓ, ਉਹਦੀ ਉਸ ਮਿਨਿਸਟਰੀ ਨੂੰ ਵੇਖਦੇ ਹਾਂ, ਤੇ ਉਹ ਯਸਾਇਆ 61 ਵਿੱਚ ਵੀ ਅਸੀਂ ਵੇਖਿਆ ਕਿ ਉਹਦਾ ਅਭਿਸ਼ੇਕ ਹੋਇਆ ਸੀ। ਹੁਣ ਅਗਰ ਡਿਟੇਲ ਹੀ ਥੋੜ੍ਹਾ ਜਿਹਾ ਦੇਖੀਏ ਕਿ ਪ੍ਰਭੂ ਯਿਸੂ ਮਸੀਹ ਉੱਤੇ ਇਜ਼ਾਇਆ ਚੈਪਟਰ 11 ਵਰਸ 2 ਦੇ ਉੱਤੇ ਅਸੀਂ ਜਦੋਂ ਤੇ ਪੜ੍ਹਨੇ ਹਾਂ, ਤੇ ਉਹਦੇ ਤੇ ਸਾਨੂੰ ਨਜ਼ਰ ਆਉਂਦਾ ਨਾ 7-fold anointing,
ਸਰਵ ਮਸਾ ਮਸਾ। ਅੱਛਾ, ਹੁਣ ਇਹ ਜਿਹੜਾ ਨਾ ਪ੍ਰਭੂ ਯਿਸੂ ਮਸੀਹ ਨੇ, ਹਾਲਾਂਕਿ ਕਈ ਕੰਮ ਰਹਿੰਦੇ ਨੇ ਜਿਹੜੇ ਉਹਨੇ ਦੁਬਾਰਾ ਆਪਣੀ ਸੈਕੰਡ ਕਮਿੰਗ ਦੇ ਸੈਕੰਡ ਐਡਵਾਂਟੇਜ ਕਰਨੇ ਨੇ। ਯਾਨੀ ਇੱਕ ਜਿਹੜਾ ਉਹ ਬਦਲਾਂ ਤੇ ਆਏਗਾ, ਚਰਚ ਨੂੰ ਚੁੱਕ ਲਏਗਾ। ਦੂਜਾ ਉਹ ਤਕਰੀਬਨ 7 ਸਾਲ ਬਾਅਦ ਪ੍ਰਭੂ ਯਿਸੂ ਹੋਣਗੇ, ਨਾਲ ਕਲੀਸਿਆ ਹੋਏਗੀ, ਉਹਦਾ ਚਰਚ ਹੋਏਗਾ ਤੇ ਦੂਤ ਹੋਣਗੇ। ਸੋ ਉਦੋਂ ਇਹ ਜਿਹੜਾ ਹੈ ਨਾ ਅਸੀਂ ਫਿਰ ਦੇਖਦੇ ਹਾਂ, ਕਿਉਂਕਿ ਹਰ ਕੰਮ ਦੇ ਲਈ ਉਹਦੇ ਕੋਲ 7-fold anointing ਦਾ ਮਤਲਬ ਹੁੰਦਾ ਹੈ ਕਿ ਮਸੀਹ ਹੀ ਨੇ, ਲੇਕਿਨ ਹਰ ਕੰਮ ਨੂੰ ਕਰਨ ਦੇ ਲਈ ਉਹ ਉਸ ਮਸੀਹ ਚਾਹੁੰਦਾ ਹੈ। ਜਿੰਜ ਕਿ ਖੁਦਾ ਦਾ ਨਾਂ ਦੇ, ਖੁਦਾ ਦੇ ਨਾਂ ਨਹੀਂ, ਖੁਦਾ ਦਾ ਜਿਹੜਾ ਨਾਮ ਹੈ ਉਹਦੇ 14 ਰੈਵੋਲੇਸ਼ਨ ਨੇ। ਯਾਨੀ ਕਿ ਐਦੋਨਾਈ, ਅਲ ਸ਼ਦਾਈ ਹੈ ਉਹੀ ਹੈ, ਲੇਕਿਨ ਜਦੋਂ ਇਹ ਕੰਮ ਕਰਦਾ ਹੈ ਉਸ ਰੈਵੋਲੇਸ਼ਨ ਵਿੱਚ ਆਉਂਦਾ ਹੈ। ਉਸ ਰੈਵੋਲੇਸ਼ਨ ਦੀ ਅਨੋਇੰਟਿੰਗ ਜੀਸਸ ਉੱਤੇ ਹੁੰਦੀ ਹੈ। ਹੁਣ ਅਸੀਂ ਇਹ ਵੇਖਦੇ ਹਾਂ ਕਿ ਇਹ ਉਹ ਅਨੋਇੰਟਿੰਗ ਹੋਣੀ ਹੈ ਉਹਦੇ 'ਤੇ ਜਿਹਦੇ 'ਚ ਅਧੀਨ ਬਣ ਕੇ ਨਹੀਂ, ਬਲਕਿ ਕੀ ਹੈ, ਅੱਖਾਂ ਜਿਹੜੀਆਂ ਨੇ ਉਹ ਲਾਟਾਂ ਵਰਗੀਆਂ ਨੇ। ਠੀਕ ਹੈ। ਸੋ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ 7 ਅਨੋਇੰਟਿੰਗਸ, 7 ਅਨੋਇੰਟਿੰਗ ਟਾਈਮਸ ਆਫ ਕ੍ਰਾਈਸਟ, ਯਾਨੀ ਕਿ ਪ੍ਰਭੂ 7 ਮਰਤਬਾ ਪ੍ਰਭੂ ਯਿਸੂ ਮਸੀਹ ਮਸਾ ਕੀਤਾ ਗਿਆ, ਯਾਨੀ 7 ਦਫਾ ਮਸਾ ਕੀਤਾ ਗਿਆ ਹਰ ਉਸ ਮੇਜਰ ਕੰਮ ਦੇ ਲਈ। ਮਿਸਾਲ ਦੇ ਤੌਰ 'ਤੇ ਕਿ ਜਦੋਂ ਉਹਨੇ ਪਾਣੀ ਦਾ ਬਪਤਿਸਮਾ ਲਿਆ ਸੀ, ਠੀਕ ਹੈ, ਅਤੇ ਉਹਨੂੰ ਬੈਪਟਿਜ਼ਮ ਦੇ ਉੱਤੇ ਇੱਕ ਟਾਈਟਲ ਮਿਲਿਆ ਸੀ ਜਿਹੜਾ ਕਿ ਮਰਕਸ 1:9-11, ਜਦੋਂ ਇਹ ਟਾਈਟਲ ਉਦੋਂ ਮਿਲਿਆ ਉਹਨੂੰ, ਪ੍ਰਭੂ ਯਿਸੂ ਮਸੀਹ ਬਪਤਿਸਮਾ ਲੈ ਕੇ ਖਲੋਤੇ ਨੇ, ਸਵਰਗ ਖੁੱਲ੍ਹ ਗਿਆ, ਆਸਮਾਨ ਤੋਂ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਇਹਦੀ ਸੁਣੋ। ਸੋ ਇਹ ਵੀ ਇੱਕ ਉਹਦੇ 'ਤੇ ਅਨੋਇੰਟਿੰਗ ਕਹਿ ਲਓ ਕਿ ਉਹਦੇ 'ਤੇ ਉਹਨੇ ਕੁਛ ਕੰਮ ਕਰਨੇ ਸਨ। 7 ਮਤਲਬ ਨੰਬਰ 7 ਦਾ ਮਤਲਬ ਕੰਪਲੀਸ਼ਨ ਮਤਲਬ ਕੰਪਲੀਟ ਅਨੋਇੰਟਿੰਗ ਜਿਹੜੀ ਕਿ ਜਿੱਥੇ ਲੋੜ, ਜਿਸ ਕੰਮ ਦੇ ਮੁਤਾਬਿਕ ਉਹਦੇ 'ਤੇ ਉਹੀ ਆਉਂਦੀ। ਹੁਣ ਇੱਥੇ ਪ੍ਰਭੂ ਯਿਸੂ ਮਸੀਹ ਤੇ ਅਨੋਇੰਟਿੰਗ ਜਿਹੜੀ ਹੈ ਨਾ, ਹੁਣ ਇਹ ਆ ਰਹੀ ਹੈ ਕ੍ਰੋਧ, ਬਦਲਾ ਲੈਣ ਵਾਲਾ। ਅੱਗੇ ਅਸੀਂ ਦੇਖਾਂਗੇ। ਸੋ ਹੁਣ ਉਸ ਰੂਪ ਵਿੱਚ ਆ ਰਿਹਾ ਹੈ। ਹੁਣ ਅਧੀਨ ਬਣ ਕੇ ਨਹੀਂ ਆਏਗਾ। ਹੁਣ ਉਹਦੇ ਹੱਥ 'ਚ ਲੋਹੇ ਦਾ ਆਇਰਨ ਰਾਡ ਹੋਏਗਾ। ਹੁਣ ਉਹ ਬੰਦਾ ਕਹਿੰਦਾ ਇਹ ਉਹ ਯਿਸੂ ਹੈ ਜਿਹੜਾ ਯਸਾਇਆ 53 ਲਿਖਿਆ ਕਿ ਯਾਰ ਇਹ ਉਹ ਭੇਡ ਵਰਗਾ ਹੈ ਜਿਹੜਾ ਕਿ ਆਪਣੇ ਬਾਲ ਕੁਤਰਨੇ ਵਾਲਿਆਂ ਅੱਗੇ ਵੀ ਨਹੀਂ ਬੋਲੀ। ਹੁਣ ਤੇ ਇਹ ਉਹਦੀ ਡਿਸਕ੍ਰਿਪਸ਼ਨ। ਸੋ ਇਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਪਹਾੜ ਉੱਤੇ ਜਦੋਂ ਤੁਹਾਨੂੰ ਪਤਾ ਹੈ ਕਿ ਟਰਾਂਸਫਿਗਰੇਸ਼ਨ ਜਾਂ ਉਹਦੀ ਸੂਰਤ ਬਦਲ ਗਈ ਸੀ। 3 ਸਨ ਨਾ ਪਤਰਸ ਅੰਦਾਸ, ਉਹ ਕਹਿਣ ਲੱਗੇ 3 ਡੇਰੇ ਬਣਾਉਣੇ ਆ ਜਿੱਥੇ ਮੂਸਾ ਤੇ ਏਲੀਆ ਆਏ ਸਨ। ਇਹ ਵੀ ਇੱਕ ਉਹਦੇ 'ਤੇ ਉਹ ਤੇਜ ਆਇਆ, ਜਲਾਲ ਜਾਂ ਅਨੋਇੰਟਿੰਗ ਅਸੀਂ ਵੇਖਦੇ ਹਾਂ। ਮਤੀ 17:1-5 ਦੂਸਰੀ ਉਹ ਦੇਖ ਲੈਂਦੇ ਹਾਂ। ਤੀਸਰਾ ਜਿਹੜਾ ਸੀ ਉਹ ਯੂਨਾਨੀਆਂ ਦੇ ਅੱਗੇ ਕੁਰਬਾਨੀ ਦੇ ਤੌਰ ਉੱਤੇ, ਇਹ ਵੀ ਇੱਕ ਉਹਦੇ ਉੱਤੇ ਅਨੋਇੰਟਿੰਗ ਅਸੀਂ ਦੇਖਦੇ ਹਾਂ ਜਿਹੜੀ ਯੂਹੰਨਾ 12:20-29 ਦੇ ਵਿੱਚ। ਫਿਰ ਗਤਸਮਨੀ ਬਾਗ ਦੇ ਵਿੱਚ ਜਿੱਥੇ ਉਹਦਾ ਪਸੀਨਾ ਜਿਹੜਾ ਸੀ ਖੂਨ ਦੀਆਂ ਬੂੰਦਾਂ ਬਣ ਕੇ ਡਿੱਗਣ ਡਿਆ ਸੀ, ਉਹ ਕਾਹਦੀ ਸੀ ਅਨੋਇੰਟਿੰਗ? ਇਸ ਲਈ ਕਿ ਮੇਰੇ, ਤੁਹਾਡੇ ਤੇ ਦੁਨੀਆ ਦੇ ਪਾਪਾਂ ਦੀ ਖਾਤਰ ਅਸੀਂ ਵੇਖਦੇ ਹਾਂ ਕਿ ਉਹਨੂੰ ਉਹ ਪਿਆਲਾ ਪੀਣਾ ਪੈ ਗਿਆ ਸੀ ਜਿਹੜਾ ਪਾਪਾਂ ਨਾਲ ਭਰਿਆ ਦਾ ਸੀ। ਸਾਡੇ ਤੁਹਾਡੇ ਦੁਨੀਆ ਦੇ ਪਾਪ ਸਨ। ਯੂਹੰਨਾ 17:24 ਤੇ ਯੂਹੰਨਾ 18:1-8। ਹਾਲੇਲੂਇਆ। ਫਿਰ ਇੱਕ ਹੋਰ ਉਹਦੇ 'ਤੇ, ਚੂੰਕਿ ਅਨੋਇੰਟਿੰਗ ਹੀ ਅਨੋਇੰਟਿੰਗ ਹੈਗੀ ਸੀ ਉਹਦੇ 'ਤੇ, ਜਦੋਂ ਉਹ ਡਾਕੂ ਨੇ ਕਿਹਾ ਕਿ ਤੂੰ ਜਦੋਂ ਆਪਣੇ ਰਾਜ ਜਾਏ ਤੇ ਮੈਨੂੰ ਖੜੀ, ਤੇ ਉਹਨੇ ਕਿਹਾ ਕਿ ਤੂੰ ਅੱਜ ਹੀ ਮੇਰੇ ਨਾਲ ਫਰਦੌਸ 'ਤੇ ਹੋਏਗੇ। ਅਤੇ ਜਦੋਂ ਫਿਰ ਜੀ ਉੱਠ ਕੇ ਸਵਰਗਾਂ 'ਤੇ ਗਿਆ, ਇਹ ਸਾਰੀਆਂ ਅਨੋਇੰਟਿੰਗਸ ਨੇ। ਪੈਂਤੀਕੋਸਟ ਵਾਲੇ ਦਿਨ ਵੀ, ਚਲੋ ਇਹ ਜੀ ਉੱਠਣ ਤੋਂ ਬਾਅਦ ਸਵਰਗਾਂ 'ਤੇ ਵੱਡਾ ਭਰਾ ਦੇ ਤੌਰ 'ਤੇ
ਉਹ ਜ਼ਾਹਿਰ ਇਹ ਵੀ ਇੱਕ ਉਹਦੇ 'ਤੇ ਅਭਿਸ਼ੇਕ ਦਾ ਅਸੀਂ ਵੇਖਦੇ ਹਾਂ। ਯੂਹੰਨਾ 20 ਦੀ 11 ਤੋਂ 17 ਐਂਡ 26 ਤੋਂ 29, ਠੀਕ ਹੈ। ਸੋ 35 ਕੋਸਟ ਉੱਤੇ ਜਿਹੜਾ ਹਾਈ ਪ੍ਰੀਸਟ, ਚੀਫ ਪ੍ਰੀਸਟ, ਠੀਕ ਹੈ, ਜਾਂ ਜੱਜ ਦੇ ਤੌਰ 'ਤੇ ਅਸੀਂ ਇਹਦੇ ਉੱਤੇ ਅਨਾਇੰਟਿੰਗ ਦੇਖਦੇ ਹਾਂ। ਜ਼ਬੂਰ 68 ਦੀ 18 ਤੇ ਯੂਹੰਨਾ 15 ਦੀ 26 ਦੇ ਵਿੱਚ ਇਹ ਜਿਹੜੇ ਬਹੁਤ ਸਾਰੇ ਤਾਜ ਨੇ, ਇਹ ਇਸ ਗੱਲ ਨੂੰ ਦਰਸਾਉਂਦੇ ਨੇ ਕਿ ਇਹ ਸ਼ਕਤੀਸ਼ਾਲੀ ਹੈ। ਯਾਨੀ ਰੈਵਲੇਸ਼ਨ 19 ਦੀ 12 ਦੇ ਵਿੱਚ ਆਪਾਂ ਸਟੱਡੀ ਕੀਤੀ ਕਰਨ ਡੇ ਹਾਂ, ਹੈ ਨਾ, 12ਵੀਂ ਆਇਤ ਵਿੱਚ। ਸੋ ਇਹ ਤਾਜ ਜਿਹੜੇ ਨੇ ਇਹਦੀ ਉਸ ਅਥਾਰਟੀ ਨੂੰ, ਅਨਾਇੰਟਿੰਗ ਨੂੰ ਸ਼ੋ ਕਰਦੇ ਨੇ ਕਿ ਅਨਲਿਮਿਟਿਡ ਹੈ। ਹਾਲੇਲੂਇਆ, ਹਾਲੇਲੂਇਆ। ਸੋ ਜ਼ਕਰੀਆ ਨੇ ਇਹ ਬਹੁਤ ਸਾਰੇ ਤਾਜਾਂ ਵਿੱਚੋਂ 2 ਤਾਜ ਨੂੰ ਰੱਬ ਨੇ ਭੇਤ ਖੋਲ੍ਹ ਦਿੱਤਾ ਸੀ। ਜ਼ਕਰਾਇਆ ਉਹਦੀ 3 ਦੀ 5 ਆਇਤ ਤੇ 6 ਦੀ 11 ਤੋਂ 13, ਇਹ ਜਿਹੜੇ ਬਹੁਤ ਸਾਰੇ ਤਾਜਾਂ 2 ਨੇ ਰੱਬ ਨੇ ਉਹਨੂੰ ਖਾ ਛੱਡੇ ਸਨ, ਠੀਕ ਹੈ। ਸੋ ਇਹ ਬਹੁਤ ਸਾਰੇ ਤਾਜ ਤੋਂ ਮੁਰਾਦ ਇਹ ਵੇ ਕਿ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਜਿਸ ਤਰੀਕੇ ਨਾਲ ਅਸੀਂ ਬਿਆਨ ਕੀਤਾ ਹੈ। ਤੁਹਾਨੂੰ ਯਾਦ ਹੈ ਕਿ ਦ ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ, ਮੁਕਾਸ਼ਫਾ 6 ਦੀ 2 'ਚ ਵੀ ਚਿੱਟਾ ਘੋੜਾ ਹੈ, ਉਹਦੇ 'ਤੇ ਯਿਸੂ ਦਾ ਵਿਰੋਧੀ ਹੈ, ਐਂਟੀ ਕ੍ਰਾਈਸਟ ਹੈ ਜੀ, ਉਹਨੂੰ ਇੱਕ ਤਾਜ ਦਿੱਤਾ ਗਿਆ, ਠੀਕ ਹੈ। ਯਾਨੀ ਕਿ ਉਹਨੇ ਕਿਸੇ ਕੋਲ ਲਿਆ ਨਹੀਂ, ਬਲਕਿ ਉਹਨੂੰ ਦਿੱਤਾ ਗਿਆ ਕਿ ਜਾ ਤੂੰ ਲੋਕਾਂ ਨੂੰ, ਗੌਰਮੈਂਟਾਂ ਨੂੰ, ਜਿਹੜੇ ਪ੍ਰਾਈਮ ਮਿਨਿਸਟਰਸ ਨੇ ਉਹਨਾਂ ਨੂੰ ਪਰਮਾ ਕਿ ਆਰਮਾਗਡਨ ਦੀ ਜੰਗ ਲਈ ਘੇਰ ਕਰਕੇ ਲਿਆ, ਉਹਨਾਂ ਨਾਲ ਪੀਸ ਟ੍ਰੀਟੀ ਕਰ। ਇਹ ਸਾਰੇ ਉਹਨੂੰ ਇੱਕ ਪਲੈਨਿੰਗ ਸੀ ਖੁਦਾ ਦੀ, ਉਹਦੇ 'ਚ ਦੱਸਿਆ ਗਿਆ। ਸੋ ਇਹ ਇੱਥੇ ਲਿਖਿਆ ਹੈ ਕਿ ਉਹਦਾ ਕੀ ਲਿਖਿਆ ਸਰ, ਨਾਂ ਲਿਖਿਆ ਜਿਹਨੂੰ ਕੋਈ ਨਹੀਂ ਜਾਣਦਾ, ਉਹਦੇ ਸੋ। ਸੋ ਅਸਲ ਵਿੱਚ ਇੱਥੇ ਲਿਖਿਆ ਇਹ ਜਿਹੜੀ ਇਨਸਾਨੀ ਵਿਜ਼ਡਮ ਹੈ ਨਾ, ਹੁਣ ਅਸੀਂ ਜਦੋਂ ਕਿਹਾ ਗਿਆ ਕਿ ਉਹਨੂੰ ਕੋਈ ਨਹੀਂ ਜਾਣਦਾ ਹੈ, ਹੁਣ ਸਾਡੀ ਇੰਨੀ ਵਿਜ਼ਡਮ ਨਹੀਂ, ਇੰਨੀ ਬੁੱਧੀ ਨਹੀਂ ਕਿ ਅਸੀਂ ਇਹਨਾਂ ਗੱਲਾਂ ਨੂੰ ਕੋਲੋਂ ਹੀ ਬਿਆਨ ਕਰਦੇ ਰਹੀਏ। ਵੈਸੇ ਇਹ ਕਹਾਵਤਾਂ ਦੀ ਇੱਕ ਆਇਤ ਪੜ੍ਹੋ 30 ਜਾਂ 30 ਦੀ 4 ਕਿ ਰੱਬ ਅਯੂਬ ਨੂੰ ਕਹਿ ਰਿਹਾ ਹੈ ਕਿ ਤੂੰ ਵੀ, ਮਤਲਬ ਅਯੂਬ ਦੇ ਥਰੂ ਸਾਨੂੰ ਵੀ ਪੈਗਾਮ ਦੇ ਰਿਹਾ। ਅੱਜ ਜਿਹੜੇ ਬੜੇ ਬੁੱਧੀਮਾਨ ਬਣੇ ਬੈਠੇ ਨੇ ਜੀ, ਸਾਨੂੰ ਤੇ ਵਚਨ ਤੇ ਸਾਡੀ ਆਪਣੀ ਹੈਡ ਨੌਲੇਜ ਨਾਲ ਖੋਲਾਂਗੇ, ਬੁੱਧੀ ਨਾਲ ਖੋਲਾਂਗੇ। ਸੋ ਇੱਕ ਗੱਲ ਇਹ ਦੇਖਣੀ ਚਾਹੀਦੀ ਹੈ ਕਿ ਰੱਬ ਦੀਆਂ ਰੱਬ ਜਾਣੇ, ਲੇਕਿਨ ਜਿਹੜੀ ਚੀਜ਼ ਉਹ ਸਮਝਦਾ ਹੈ ਕਿ ਖੋਲੀ ਜਾਏ, ਠੀਕ ਹੈ। ਪਾਲੂਸ ਰਸੂਲ ਜੀ, ਉਹ ਦੂਸਰਾ ਕਰੰਥੀਆਂ ਉਹਦੇ ਵਿੱਚ ਨਹੀਂ ਸੀ 12 ਤੇ ਉਹਦੀ 4 ਆਇਤ ਵਿੱਚ ਕੀ ਕਹਿੰਦਾ ਹੈ, ਕੀ ਬੋਲਿਆ ਜੀ, ਦੂਸਰਾ ਕਰੰਥੀਆਂ 12 ਦੀ 4 ਕਹਿੰਦਾ ਹੈ ਕਿ ਬਿਆਨ ਕਰ ਰਿਹਾ ਕਿ ਮੈਂ 14 ਬਰਸ ਹੋਏ ਨੇ, ਮੈਂ ਸਵਰਗਾਂ 'ਤੇ ਗਿਆ, ਜਿਹੜਾ ਕਿ ਆਕਾਸ਼ 'ਤੇ ਗਿਆ, ਜਿਹੜਾ ਸਵਰਗ ਹੈ, ਪੈਰਾਡਾਈਜ਼ ਹੈ। ਕਹਿੰਦਾ ਉੱਥੇ ਇਹੋ ਜਿਹੀਆਂ ਗੱਲਾਂ ਸੁਣੀਆਂ ਜਿਹਦਾ ਮੈਂ ਨਹੀਂ ਬਿਆਨ ਕਰ ਸਕਦਾ, ਮਨਾ ਸੇ। ਜੇ ਰੱਬ ਦੱਸ ਵੀ ਦਿੰਦਾ ਹੈ ਤਾਂ ਫਿਰ ਵੀ ਮਨਾ ਨੇ। ਹੁਣ ਯੂਹੰਨਾ ਨੇ ਇੱਕ ਨਾਂ ਵੇਖਿਆ ਹੋਣਾ, ਉਹਨੂੰ ਦੱਸਿਆ ਗਿਆ ਹੋਣਾ, ਹੁਣ ਇਹਨੇ ਨਹੀਂ ਦੱਸਿਆ, ਇਹਨੂੰ ਵੀ ਆਰਡਰ ਹੋਇਆ ਪਾਲੂਸ ਵਾਲੀ ਗੱਲ, ਬਈ ਇਹ ਗੱਲਾਂ ਨਹੀਂ ਡਿਸਕਸ ਕਰਨੀ। ਤੇ ਇਹ ਵਰਸ ਥੋੜੀ ਜਿਹੀ ਪੜ੍ਹਦੇ ਹੋਏ ਤਾਂ ਫਿਰ ਅੱਗੇ ਮੂਵ ਕਰ ਜਾਂਦੇ। ਪ੍ਰੋਬਲਮਸ ਜੀ, ਇਨਸਾਨ ਨਹੀਂ ਜਿਹੜੇ ਕਿ ਬਹੁਤ ਬੁੱਧੀਮਾਨ ਬਣਦੇ ਜੀ, ਇਹ ਸਾਨੂੰ ਸਾਰਾ ਹੀ ਪਤਾ ਹੈ, ਅਸੀਂ ਖੋਲ੍ਹ ਲੈਂਦੇ ਹਾਂ ਨਾਂ ਕੀ ਹੈ। ਔਰ ਇੱਕ ਬੜੇ ਪੁਆਇੰਟ ਦੀ ਗੱਲ ਦੱਸਾਂ, ਕਈ ਸਾਡੇ ਹੋਰ ਭਾਈ ਭੈਣ ਮੁਖਤਲਿਫ ਰਿਲੀਜਨ ਦੇ ਜਦੋਂ ਇਹ ਆਇਤ ਵੇਂਦੇ ਨੇ ਨਾ, ਤਾਂ ਉਹ ਕਲੇਮ ਕਰਦੇ ਨੇ ਉਹ ਕ੍ਰਿਸਚਨਾਂ ਨੂੰ ਕੀ ਪਤਾ, ਸਾਡੇ ਕੋਲ ਆਉਣ, ਅਸੀਂ ਦੱਸਨੇ ਆ ਉਹ ਨਾਂ ਕੀ ਹੈ। ਦੇਖੋ ਹੈ ਉਹ ਨਾਂ ਕੀ ਹੈ, ਅਤੇ ਉਹ ਪਤਾ ਨਹੀਂ ਕਿਸੇ ਦਾ ਜੋੜ ਦੇਣਗੇ, ਕਿਉਂਕਿ ਉਹ ਕਹਿੰਦੇ ਨੇ ਜੇ ਅਸੀਂ ਤੁਹਾਡੇ 'ਤੇ ਸਵਾਲ ਪਾਈਏ, ਤੁਹਾਨੂੰ ਪਤਾ ਉਹ ਨਾਂ ਕਿਹੜਾ ਹੈ। ਸੋ ਇਹ ਗੱਲ ਇਸ ਲਈ ਮੈਂ ਪੜ੍ਹਾ ਰਿਹਾ ਕਿ ਖੁਦਾ ਉਹਨਾਂ ਲੋਕਾਂ ਨੂੰ
ਤੇ ਖ਼ਾਸ ਤੌਰ ਤੇ ਉਹ ਕ੍ਰਿਸਚੀਅਨ ਸਕਾਲਰਸ ਨੂੰ ਜਿਹੜੇ ਕੋਲੋਂ ਬਿਆਨ ਕਰਦੇ ਨੇ, ਇਹ ਜ਼ਰਾ ਪੜ੍ਹ ਦਿਓ। ਇਹ ਹੈਗਾ ਪੜ੍ਹਦੇ ਜੀ, ਪ੍ਰੋਵਰਬਸ ਕਹਾਵਤਾਂ ਹਾਂਜੀ 30 ਦੀ 4 ਦੇ ਵਿੱਚ ਲਿਖਿਆ ਹੈ, ਕੌਣ ਸਵਰਗ ਵਿੱਚ ਗਿਆ ਹੈ ਜੋ ਵਾਪਸ ਆਇਆ ਹੈ, ਕਿਸ ਨੇ ਹਵਾ ਨੂੰ ਆਪਣੀ ਮੁੱਠੀ ਵਿੱਚ ਕੈਦ ਕੀਤਾ, ਜਾਂ ਕਿਸ ਨੇ ਪਾਣੀ ਨੂੰ ਕੱਪੜੇ ਵਿੱਚ ਬੰਨ੍ਹਿਆ ਹੈ, ਜਾਂ ਕਿਸ ਨੇ ਧਰਤੀ ਦੀਆਂ ਹੱਦਾਂ ਨਿਯੁਕਤ ਕੀਤੀਆਂ ਹਨ, ਉਹ ਅਸਲ ਵਿੱਚ ਕੌਣ ਹੈ, ਉਸ ਦਾ ਪੁੱਤਰ ਕੌਣ ਹੈ, ਹਾਂ ਸ਼ਾਇਦ ਤੂੰ ਜਾਣਦਾ ਹੋਵੇ। ਸ਼ਾਇਦ ਤੂੰ ਜਾਣਦਾ, ਅੱਗੇ ਕੀ ਹੈ? ਸ਼ਾਇਦ ਬਸ ਇੱਥੇ ਤੱਕ ਖਤਮ ਹੋਏਗਾ ਜੀ। ਉਹਦਾ ਨਾਂ ਕੀ ਹੈ ਤੇ ਉਹਦੇ ਕਿਹਦਾ ਪੁੱਤਰ ਹੈਗਾ? ਹਾਂ, ਉਹ ਪੰਜਵੀਂ ਵਿੱਚ ਹੋ ਸਕਦਾ। ਹਾਂਜੀ, ਪੰਜਵੀਂ ਵਿੱਚ ਲਿਖਿਆ ਹੈ, ਪਰਮੇਸ਼ਰ ਦਾ ਹਰ ਵਚਨ ਸੱਚਾ ਹੁੰਦਾ ਹੈ, ਉਹ ਉਸ ਲਈ ਢਾਲ ਹੁੰਦਾ ਹੈ ਜੋ ਉਸ ਕੋਲ ਆ ਕੇ ਸਹਾਰਾ ਲੈਂਦਾ ਹੈ। ਪੰਜ ਠੀਕ ਹੈ। ਸੋ ਇਹ ਜਿਹੜੀ 12ਵੀਂ ਆਇਤ ਅਸੀਂ ਪੜ੍ਹੀ ਹੈ ਨਾ ਜੀ, ਇਹ ਪੜ੍ਹਨ ਤੋਂ ਮਾਲੂਮ ਹੁੰਦਾ ਹੈ ਕਿ ਯਿਸੂ ਦਾ ਨਇਆ ਨਾਂ ਇਹ ਹੀ ਹੈ ਨਾ। ਤੇ ਹੁਣ ਜਿਹੜੇ ਜਿੱਤ ਪ੍ਰਾਪਤ ਕਰਨਗੇ, ਜਿਹੜੇ ਗਾਲਬ ਆਣੇ ਵਾਲੇ ਨੇ, ਉਹਨਾਂ ਲਈ ਇੱਕ ਵਾਅਦਾ ਵੇ, ਯਾਨੀ 2:17 ਵਿੱਚ ਵੇਖੋ, ਪ੍ਰਕਾਸ਼ ਦੀ ਪੋਥੀ 2:17। ਇਹ ਇੱਕ ਹੋਰ ਵਾਅਦਾ ਜਿਹੜਾ ਉੱਥੇ ਹੈਗਾ ਨਾ। ਹਾਂਜੀ ਹਾਂਜੀ, ਪ੍ਰਕਾਸ਼ ਦੀ ਪੋਥੀ ਜੀ 2:17 ਦੇ ਵਿੱਚ ਇਹ ਲਿਖਿਆ ਹੈ ਜੀ, ਜਿਸ ਦੇ ਕੰਨ ਹਨ ਉਹ ਸੁਣੇ ਕਿ ਪਵਿੱਤਰ ਆਤਮਾ ਵਿਸ਼ਵਾਸ ਸੰਗਤ ਨੂੰ ਕੀ ਕਹਿੰਦਾ ਹੈ, ਜੋ ਜਿੱਤ ਪ੍ਰਾਪਤ ਕਰਦਾ ਹੈ ਜੀ ਉਸ ਨੂੰ ਮੈਂ ਗੁਪਤ ਦੇਵੀ ਭੋਜਨ ਦੇਵਾਂਗਾ, ਉਸ ਨੂੰ ਮੈਂ ਇੱਕ ਚਿੱਟਾ ਪੱਥਰ ਵੀ ਦੇਵਾਂਗਾ ਜਿਸ ਤੇ ਇੱਕ ਨਵਾਂ ਨਾਂ ਵੀ ਉਕਰਿਆ ਹੋਵੇਗਾ, ਜਿਸ ਨੂੰ ਕੋਈ ਦੂਜਾ ਸਵਾਏ ਉਸ ਦੇ ਪ੍ਰਾਪਤਕਰਤਾ ਦੇ ਨਹੀਂ ਜਾਣਦਾ ਹੋਵੇਗਾ। ਦੇਖੋ ਨਾ, ਇਹ ਕਈ ਚੀਜ਼ਾਂ ਨੇ ਤੇ ਸਾਨੂੰ ਪੂਰਾ ਯਕੀਨ ਰੱਖਣਾ ਚਾਹੀਦਾ। ਹਾਂ, ਸ਼ਾਇਦ ਹੁਣ ਨਹੀਂ, ਪਾਲੂਸ ਕਹਿੰਦਾ ਸਾਨੂੰ ਉਹ ਮਿਰਰ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ, ਆਂਦਾ ਅਸੀਂ ਵੇਖਾਂਗੇ। ਠੀਕ ਹੈ ਸਰ? ਹਾਂਜੀ, ਇਹਦੇ 'ਚ ਆਇਆ ਹੀ ਅਗਲੀ ਆਇਤ ਪੜ੍ਹ ਦਿਓ, 13ਵੀਂ ਆਇਤ। ਹਾਂਜੀ, ਤੇ ਇਹਦੇ ਵਿੱਚ ਦੱਸਿਆ ਸੀ ਜਿਹੜੀ ਅੱਗ ਦਾ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀਗਾ ਨਾ ਜੀ, ਤੇ ਅੱਗ ਉਹ ਪਵਿੱਤਰਤਾ ਨੂੰ ਦਰਸਾਉਂਦੀ ਹੈ। ਹਾਂਜੀ, ਤੇ ਅੱਗ ਮਤਲਬ ਉਹਦੇ ਵਿੱਚ ਕੁਝ ਵੀ ਦਿਸਦਾ ਨਹੀਂ, ਮਤਲਬ ਸਭ ਕੁਝ ਵੀ ਲੁਕਿਆ ਨਹੀਂ ਰਹਿੰਦਾ, ਹਰ ਚੀਜ਼ ਨੂੰ। ਹਾਂ, ਤੇ ਅੱਗ ਫਿਰ ਇੱਕ ਇਹ ਵੀ ਜ਼ਿਕਰ ਆਉਂਦਾ ਆ ਸਾਡੇ ਜਿਹੜੇ ਕੰਮਾਂ ਦੀ ਵੀ ਜਿਹੜੀ ਅੱਗ ਹੋਣੀ ਆ, ਉਹ ਅੱਗ ਵਿੱਚ ਸਿੱਟੇ ਜਾਣੇ ਆ। ਨਿਆਂ। ਹਾਂਜੀ, ਜਦੋਂ ਨਿਆਂ ਹੋਣਾ, ਕੁਛ ਕੰਮ ਜਿਹੜਾ ਘਾਸ ਫੂਸ ਆ, ਜਿਹੜੇ ਚੀਜ਼ਾਂ ਆਪਾਂ ਪਹਿਲਾ ਕਰੰਥੀਆਂ ਹਾਂਜੀ 3:10-15। ਹਾਂਜੀ, ਤੇ ਉਹ ਵੀ ਅੱਗ ਹੈਗੀ ਆ, ਜਿਹੜੇ ਕੰਮ ਆ, ਜਿਹੜਾ ਕੰਮ ਘਾਸ ਫੂਸ ਆ, ਸਭ ਸਾਹਮਣੇ ਨਖੇੜਾ ਹੋ ਜਾਣਾ। ਹਾਂ, ਉਹ ਵੀ ਇਹ ਫਿਰ ਹਾਂਜੀ। ਸੋ ਅੱਗ ਹੋ ਗਈ ਪਵਿੱਤਰਤਾ, ਹਾਂ, ਨਿਆਂ ਤੇ ਸਵਰਗੀ ਵਿਜ਼ਡਮ। ਹਾਂ, ਤਿੰਨ ਚੀਜ਼ਾਂ। ਹਾਂਜੀ, ਠੀਕ ਹੈ ਜੀ। ਹਾਂਜੀ, ਆਪਾਂ ਹਾਲੇਲੂਇਆ ਜੀ, ਆਪਾਂ ਹੁਣ ਜੀ ਕਰ ਲਾਂਗੇ। 12ਵੀਂ ਆਇਤ ਪੜ੍ਹ ਲਈ ਜੀ? 13ਵੀਂ। ਹਾਂ, ਸੌਰੀ 13ਵੀਂ। ਜੀ 13ਵੀਂ 12ਵੀਂ ਖਤਮ ਹੋ ਗਈ ਜੀ। ਹਾਂ, 13ਵੀਂ ਆਇਤ ਵਿੱਚ ਪੜ੍ਹ ਲਈ ਜੀ। ਹਾਲੇਲੂਇਆ। ਹਾਂਜੀ, ਉਸ ਦੇ ਵਿੱਚ ਲਿਖਿਆ ਹੈ, ਉਸਨੇ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 19 ਦੀ ਆਪਣੇ 13 ਪੜ੍ਹਨ ਲੱਗੇ ਜੀ। ਉਸ ਵਿੱਚ ਲਿਖਿਆ, ਉਸ ਨੇ ਲਹੂ ਦੇ ਵਿੱਚ ਭਿੱਜੇ ਹੋਏ ਕੱਪੜੇ ਪਾਏ ਹੋਏ ਸਨ ਅਤੇ ਉਸ ਦਾ ਨਾਂ ਪਰਮੇਸ਼ਰ ਦਾ ਸ਼ਬਦ ਸੀ। ਹਾਂਜੀ, ਉਸ ਦਾ ਨਾਂ ਪਰਮੇਸ਼ਰ ਦਾ ਸ਼ਬਦ ਸੀ। ਅਸਲ ਵਿੱਚ ਇਹਨੂੰ ਨਾ ਕਈ ਜਗ੍ਹਾ ਜੀ ਛਿੜਕੀ ਹੋਈ, ਲੇਕਿਨ ਇਹਨੂੰ ਕਹਿ ਲਓ ਕਿ ਰੋਬ ਜਿਹੜਾ ਉਹਦਾ ਚੋਗਾ ਹੈਗਾ, ਉਹ ਵਸਤਰ ਹੈ, ਉਹ ਡਿਪਡ ਇਨ ਬਲੱਡ, ਕਿ ਪੂਰੇ ਤੌਰ ਤੇ ਜਿਸ ਤਰ੍ਹਾਂ ਬੈਪਟਿਜ਼ਮ ਦੀ ਗੱਲ ਹੋ ਰਹੀ ਹੈ, ਤੇ ਉਹਦਾ ਨਾਮ ਕੀ ਕਹਿਲਾਏਗਾ? ਵਰਡ ਆਫ ਗॉड। ਹਾਂ, ਪਰਮੇਸ਼ਰ ਦਾ। ਅੱਛਾ, ਵਚਨ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਕਿ ਯਿਸੂ ਦੇ ਆਪਣੇ ਲਹੂ ਦੇ ਨਾਲ ਉਹਦਾ ਵਸਤਰ ਜਿਹੜਾ ਹੈ ਉਹ ਭੇਜਿਆ ਹੋਇਆ, ਬਈ ਉਹਦਾ ਲਹੂ ਤੇ ਜੋ ਗਤਸਮਨੀ ਬਾਗ ਤੋਂ ਅੱਗੇ ਚਲੋ ਤੇ ਸੂਲੀ ਤੱਕ ਉਹਦਾ ਤੇ ਸਾਰਾ ਹੀ ਖੂਨ ਨਿਚੜ ਗਿਆ ਸੀ।
ਇਹ ਨਹੀਂ ਕਿ ਉਹ ਆਪਣੇ ਖੂਨ ਨਹੀਂ, ਇਹ ਜਿਹੜਾ ਹੈ ਨਾ ਆਪਣਾ ਇਹ ਗੱਲ ਇਹ ਵੇ ਕਿ ਇਹ ਜਿਹੜਾ ਇੱਥੇ ਖੂਨ ਨਾਲ ਭਿੱਜਿਆ ਹੋਇਆ, ਡੁੱਬਿਆ ਹੋਇਆ ਹੈ ਜੀ, ਇਹ ਹੁਣ ਉਹਦੀ ਸੈਕੰਡ ਕਮਿੰਗ ਦੇ ਸੈਕੰਡ ਈਵੈਂਟ ਦੀ ਗੱਲ ਹੋ ਰਹੀ ਹੈ ਕਿ ਜਦੋਂ ਉਹ ਆਏਗਾ ਤੇ ਉਹਨੇ ਕੌਮਾਂ ਕੋਲੋਂ, ਜਿਹੜੇ ਬਾਗੀ ਕੌਮ ਨੇ, ਕੀ ਉਹਨਾਂ ਨੂੰ ਕਹਿ ਲਓ, ਜਿਹੜੇ ਉਹਨੂੰ ਨਹੀਂ ਮੰਨਦੇ, ਜਾਂ ਜਿਹੜੇ ਇਸਰਾਈਲ ਦੇ ਖਿਲਾਫ ਜਾਂ ਖੁਦਾ ਦੇ ਖਿਲਾਫ ਜੰਗ ਕਰਨ ਲਈ ਆਣਗੇ, ਇਹ ਆਰਮਾਗਡਨ ਦਾ ਅਸੀਂ ਸਟੱਡੀ ਕੀਤੀ ਹੈ। ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਇਦਾਂ ਹੀ ਕਰੇਗਾ ਜਿੰਜ ਅੰਗੂਰ ਨਹੀਂ ਹੁੰਦੇ ਉਹ ਪੈਰਾਂ ਨਾਲ ਰੋਂਦੇ ਨੇ, ਉਹ ਅੰਗੂਰ ਜਿਹੜੇ ਨੇ ਉਹ ਕੌਮਾਂ ਨੂੰ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਹ ਲਤਾੜੇਗਾ ਪੈਰਾਂ ਨਾਲ। ਅੱਛਾ, ਬੜੇ ਮਜ਼ੇ ਦੀ ਗੱਲ ਹੈ, ਯਿਸੂ ਦਾ ਜਿਹੜਾ ਡਰੈਸ ਹੈ ਉਹ ਲਹੂ ਨਾਲ ਭਰਿਆ। ਕਿਹਨਾਂ ਦੇ ਲਹੂ ਨਾਲ? ਇਹਨਾਂ ਲੋਕਾਂ ਦੇ, ਕਿਉਂਕਿ ਉਹ ਪੈਰਾਂ ਨਾਲ ਹੁੰਦੇ। ਕਲੀਸਿਆ ਚਿੱਟੇ ਵਸਤਰਾਂ 'ਚ ਹੋਏਗੀ, ਹਾਲੇਲੂਇਆ। ਤੇ ਇਹ ਆਰਮਾਗਡਨ ਦੇ ਵਿੱਚ ਜੰਗ ਹੋਣੀ ਹੈ ਜਦੋਂ ਪ੍ਰਭੂ ਯਿਸੂ ਮਸੀਹ ਤੇ ਉਹਦੇ ਚੇਲੇ ਮੀਨਸ ਕਿ ਉਹਦੀ ਵੋਟੀ ਚਰਚ ਹੈ ਜੀ, ਤੇ ਸਾਰੇ ਵਿਸ਼ਵਾਸੀ ਤੇ ਪਲੱਸ ਪਵਿੱਤਰ ਦੂਤ ਆਣਗੇ, ਤੇ ਜਦੋਂ ਪੈਰ ਹੀ ਟਿਕਣਗੇ ਉਹਦੇ ਉੱਥੇ ਕੀ ਨਾ ਮਾਊਂਟ ਆਫ ਓਲਿਵ, ਜ਼ੈਤੂਨ ਦੇ ਪਹਾੜ ਤੇ ਉਹ ਸਰਕ ਜਾਏਗਾ ਔਰ ਚੜ੍ਹਦਿਆਂ ਤੇ ਲਹਿੰਦਿਆਂ ਈਸਟ ਵੈਸਟ ਇੱਕ ਵੈਲੀ ਬਣ ਜਾਏਗੀ, ਤੇ ਉੱਥੇ ਇਹਨਾਂ ਸਾਰੀਆਂ ਕੌਮਾਂ ਦਾ ਖੂਨ ਇੰਨਾ ਬਹਾਇਆ ਜਾਏਗਾ। ਵਚਨ ਦੱਸਦਾ ਹੈ 200 ਮੀਲ ਅੰਦਾਜ਼ਾ ਲਾਓ ਘੋੜਿਆਂ ਦੀਆਂ ਲੰਗਾਮਾਂ ਤੱਕ ਇਹ ਖੁਦਾ ਯਿਸੂ ਮਸੀਹ ਜੰਗ ਕਰੇਗਾ, ਕਲੀਸਿਆ ਨਾਲ ਹੋਏਗੀ। ਲੇਕਿਨ ਜੰਗ ਦੇ ਇਹਦੀ ਹੈ, ਇਸ ਲਈ ਜੰਗ ਹੀ ਸਾਡੇ ਪ੍ਰਭੂ ਦੀ ਹੈ, ਜਿਹਨੂੰ ਆਪ ਲੜਦਾ ਹੈ ਤੇ ਜਿੱਤ ਲੈਂਦਾ। ਇਸ ਲਈ ਮਹਿਮਾ, ਗਲੋਰੀ, ਜਲਾਲ, ਆਦਰ ਉਹਨੂੰ ਹੀ ਮਿਲਣਾ ਚਾਹੀਦਾ। ਅੱਜ ਸਾਡੇ ਕੋਲ ਕੋਈ ਕੰਮ ਹੋ ਜਾਣ ਤੇ ਅਸੀਂ ਕਹਿੰਦੇ ਵਾਹ ਵਾਹ ਮੈਂ ਇਹ ਕੀਤਾ, ਮੈਂ ਉਹ ਨਹੀਂ ਭਾਈ, ਕਰਨ ਨਾਲ ਹੋਈ ਹੈ। ਸੋ ਇਹ ਹੁਣ ਹਵਾਲੇ ਪੜ੍ਹ ਲਓ ਕਿ ਦੁਸ਼ਮਣਾਂ ਦੇ ਇਹ ਬਲੱਡ ਹੈ, ਇਹ ਯਿਸੂ ਦਾ ਨਹੀਂ ਹੈ, ਯਿਸੂ ਦਾ ਤੇ ਨਿਚੜ ਗਿਆ ਸੀ। ਚਲੋ ਜੀ, ਇਹ ਦੇਖੋ ਲੂਕਾ 19:27 ਦੇ ਵਿੱਚ, ਜਿੱਥੇ ਖੁਦਾ ਯਿਸੂ ਮਸੀਹ ਨੇ ਇੱਕ ਉਦਾਹਰਨ ਦਿੱਤੀ ਹੈ। ਠੀਕ ਹੈ, ਅੱਗੇ ਲਿਖ ਲਓ ਇਜ਼ਾਇਆ 63 ਦੀ ਪਹਿਲੀ 3 ਆਇਤਾਂ, ਇਹ ਵੀ ਇੰਪੋਰਟੈਂਟ ਨੇ, ਤੇ ਰੈਵਲੇਸ਼ਨ 14 ਦੀ ਵੀ। ਠੀਕ ਹੈ, ਸੋ ਲੂਕਾ 19:27 ਮੈਂ ਦੱਸ ਦਿੰਦਾ ਕਿ ਉਹਨੇ ਕਿਹਾ ਸੀ ਇੱਕ ਬਾਦਸ਼ਾਹ ਸੀ ਹੈ ਜੀ, ਉਹਨੇ 10-10 ਘੋੜੇ ਸਾਰਿਆਂ ਨੂੰ ਦਿੱਤੇ, ਤੇ ਉਹਦੇ ਵਿੱਚ ਮੁਖਾਲਫ ਵੀ ਸਨ। ਉਹਨਾਂ ਕਿਹਾ ਉਹ ਛੱਡੋ, ਉਹਨੇ ਆਣਾ ਹੀ ਕੋਈ ਨਹੀਂ। ਉਹ ਜਦੋਂ ਆਇਆ ਨਾ ਉਹਨੇ ਹਿਸਾਬ ਲਿਆ, ਤੇ ਉਹ ਤੇ ਚਲੋ ਉਹਨਾਂ ਨੂੰ ਤੇ ਉਹਨੇ ਨਰਕਾਂ 'ਚ ਨਹੀਂ ਸੁੱਟਿਆ, ਲੇਕਿਨ ਬਾਕੀਆਂ ਨੂੰ ਕਹਿਣ ਲੱਗਾ ਜਿਹੜੇ ਮੇਰੇ ਦੁਸ਼ਮਣ ਨੇ ਉਹਨਾਂ ਨੂੰ ਲਿਆ ਕੇ ਇੱਥੇ ਕਤਲ ਕਰੋ, ਕਤਲ ਕਰੋ। ਅੱਛਾ, ਹੁਣ ਇਹ ਜਿਹੜਾ ਨਾ ਨਜ਼ਾਰਾ ਆਰਮਾਗਡਨ ਜਾਂ ਕੀ ਕਹਿੰਦੇ ਹਰਮਜਦੂਨ ਦੀ, ਯਸਾਇਆ 63 ਦੀ ਪਹਿਲੀ 3 ਤੇ ਰੈਵਲੇਸ਼ਨ 14 ਦੀ 20 ਪੜ੍ਹ ਦਿਓ ਤਾਂ ਕਿ ਨਜ਼ਾਰਾ ਹੀ ਖੁੱਲ ਜਾਏ ਕਿ ਕਾਹਦੇ ਤੋਂ ਉਹਦੀ ਉਹ ਬਲੱਡ ਉਹਨਾਂ ਦਾ। ਹਾਲੇਲੂਇਆ। ਹਾਂਜੀ, ਆਪਾਂ ਪਹਿਲਾਂ ਇਜ਼ਾਇਆ ਪੜ੍ਹਦੇ ਜੀ। ਇਜ਼ਾਇਆ 63 ਦੀ, ਯਸ਼ਾਇਆ 63 ਦੀ ਪਹਿਲੀਆਂ 3, ਹਾਂਜੀ 63, ਹਾਂਜੀ ਪਹਿਲੀਆਂ 3, ਉਹ 'ਚ ਲਿਖਿਆ ਹੈ ਆਦੋਮ ਨਗਰ ਦੇ ਬਾਸਰਾ ਨਗਰ, ਹਾਂਜੀ ਬਾਸਰਾ ਨਗਰ ਤੋਂ ਇਹ ਕੌਣ ਆ ਰਿਹਾ ਹੈ? ਇਹ ਕੌਣ ਹੈ ਜੋ ਲਾਲ ਰੰਗ ਦੇ ਸੁੰਦਰ ਸੁਜੀਲੇ ਕੱਪੜੇ ਪਾਏ ਰੋਬ ਦੇ ਨਾਲ ਆ ਰਿਹਾ ਹੈ? ਹਾਲੇਲੂਇਆ। ਪ੍ਰਭੂ ਯਿਸੂ ਦੇ ਮੁਤਲਕ। ਹਾਲੇਲੂਇਆ। ਅੱਗੇ ਇਹ ਮਜ਼ਬੂਤ ਅਤੇ ਸ਼ਕਤੀਸ਼ਾਲੀ ਦਿਖਾਈ ਦੇ ਰਿਹਾ ਹੈ। ਇਹ ਪ੍ਰਭੂ ਹੈ ਜੋ ਵਚਨ ਕਰਨ ਦੇ ਲਈ ਸ਼ਕਤੀਸ਼ਾਲੀ ਹੈ ਅਤੇ ਉਹ ਆਪਣੀ ਜਿੱਤ ਦਾ ਐਲਾਨ ਕਰਨ ਆ ਰਿਹਾ ਹੈ। ਹਾਂਜੀ, ਫਿਰ ਲਿਖਿਆ ਉਸ ਦੇ ਕੱਪੜਿਆਂ ਦਾ ਰੰਗ ਲਾਲ, ਉਸ ਮਨੁੱਖ ਦੇ ਕੱਪੜਿਆਂ ਵਾਂਗ ਹੈ ਜੋ ਚੁਬੱਚੇ ਵਿੱਚ ਅੰਗੂਰ ਮਿਧ ਕੇ ਆ ਰਿਹਾ ਹੋਵੇ। ਅੰਗੂਰ ਮਿਧ ਕੇ ਆ ਰਿਹਾ ਹੈ। ਹਾਂਜੀ, ਠੀਕ ਹੈ। ਤੇ ਹਾਂਜੀ, ਫਿਰ ਤੀਜੀ ਆਇਤ ਵਿੱਚ ਲਿਖਿਆ ਹੈ ਪ੍ਰਭੂ ਨੇ ਉੱਤਰ ਦਿੱਤਾ, ਮੈਂ ਇਕੱਲੇ ਹੀ ਕੌਮਾਂ ਨੂੰ ਅੰਗੂਰਾਂ ਵਾਂਗ ਮਿਧਿਆ ਹੈ
ਅਤੇ ਕੋਈ ਮੇਰੀ ਮਦਦ ਲਈ ਨਾ ਆਇਆ। ਮੈਂ ਆਪਣੇ ਜੀ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿਟਿਆ ਅਤੇ ਉਹਨਾਂ ਦੇ ਲਹੂ ਦੇ ਛਿੱਟੇ ਮੇਰੇ ਕੱਪੜਿਆਂ ਉੱਤੇ ਪੈ ਗਏ ਹਨ। ਹਾਂ ਉਹਨਾਂ ਦੇ ਯਿਸੂ ਦਾ ਆਪਣਾ ਲਹੂ ਨਹੀਂ। ਅੱਗੇ ਇਹ ਆਇਤਾਂ ਪੜ੍ਹ ਲੈਣਾ, ਹਾਂਜੀ। ਲੇਕਿਨ ਯੂਹੰਨਾ ਨੇ ਵੀ ਉਹਨੂੰ ਇੱਕ ਅਜੀਬ ਯੂਨੀਕ ਟਾਈਟਲ ਤੋਂ ਪੁਕਾਰਿਆ ਹੈ, ਯਾਨੀ ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਸ਼ਬਦ, ਤੇ ਉਹਦਾ ਨਾਂ ਸ਼ਬਦ ਹੈ, ਸਵਰਗੀ ਨਾਂ ਸ਼ਬਦ ਹੈ। ਠੀਕ ਹੈ। ਹੁਣ ਇਸ ਆਇਤ ਵਿੱਚ ਇਹ ਲੱਗਦਾ ਹੈ ਕਿ ਯੂਹੰਨਾ ਨੇ ਵੀ ਇਹ ਦ ਬੁੱਕ ਆਫ ਰੈਵਲੇਸ਼ਨ ਲਿਖੀ ਹੈ। ਠੀਕ ਹੈ। ਹੁਣ ਇਹ ਵੇ ਕਿ ਇਹ ਜਿਹੜੀਆਂ ਆਇਤਾਂ ਨੇ, ਕੁਛ ਲਿਖ ਲਓ ਯੂਹੰਨਾ 1 ਦੀ 1 ਤੋਂ 3, ਇਫਸੀਆਂ 2 ਦੀ 9, ਕੁਲਸੀਆਂ 1 ਦੀ 16, ਅਬਰਾਨੀਆਂ ਕੁਲਸੀਆਂ 1 ਦੀ 16, ਅਬਰਾਨੀਆਂ 1 ਦੀ 2 ਤੇ ਰੈਵਲੇਸ਼ਨ 3 ਦੀ 14। ਠੀਕ ਹੈ ਜੀ। ਇਹਨਾਂ ਗੱਲਾਂ ਤੋਂ ਮਾਲੂਮ ਹੁੰਦਾ ਹੈ ਕਿ ਇਹ ਉਹਦੇ ਕੋਲ ਡੋਮੀਨੀਅਨ ਹੈ, ਇਖਤਿਆਰ ਹੈ, ਜਿਨ੍ਹਾਂ ਨੂੰ ਆਪਣੀ ਸੈਕਿੰਡ ਕਮਿੰਗ ਵਿੱਚ ਯੂਜ਼ ਕਰੇਗਾ ਤੇ ਉਹ ਦੁਬਾਰਾ ਵਾਪਸ ਲੈਣ ਲਈ ਆਏਗਾ। ਠੀਕ ਹੈ। ਸੋ ਇਹ ਗੱਲ ਹੈ, ਇਹ ਸਾਰਾ ਕੁਝ ਇਸ ਲਈ ਹੋ ਰਿਹਾ। ਠੀਕ ਹੈ ਜੀ। ਹਾਂਜੀ, ਹਾਲੇ ਠੀਕ ਹੈ ਜੀ। ਆਪਾਂ ਇੱਥੇ ਫਿਨਿਸ਼ ਕਰੀਏ ਜੀ। ਹਾਂਜੀ, ਓਕੇ ਜੀ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਹਰ ਸਮੇਂ ਹਰ ਘੜੀ ਆਪ ਦੀ ਦਇਆ ਰਹਿਮ ਕਿਰਪਾ ਦੇ ਵਾਸਤੇ, ਆਪ ਦੇ ਪਿਆਰ ਦੇ ਲਈ ਪਰਮੇਸ਼ਰ ਪਿਤਾ, ਔਰ ਇਸ ਵਚਨ ਦੇ ਲਈ, ਔਰ ਜੋ ਕੁਛ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ ਪਵਿੱਤਰ ਆਤਮਾ ਦੁਆਰਾ, ਉਹ ਸਾਡੇ ਅੰਦਰ ਸਭ ਦੇ ਅੰਦਰ ਵਸ ਜਾਏ, ਸੁਣਨ ਵਾਲਿਆਂ ਦੇ, ਔਰ ਉਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਚੁਰਾ ਨਾ ਸਕੇ, ਔਰ ਇਹ ਵਚਨ ਵੱਧ ਤੋਂ ਵੱਧ ਫੈਲੇ ਔਰ ਬਹੁਤ ਸਾਰਾ ਫਲ ਲੱਗੇ ਹੈ। ਔਰ ਇਸ ਦਾ ਸਾਰਾ ਜਲਾਲ, ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ।